ਸਤਿ ਸ੍ਰੀ ਅਕਾਲ। ਮੈਂ ਡਾਕਟਰ ਦਵਿੰਦਰ ਸਿੰਘ, ਪੰਜਾਬੀ ਵਿਭਾਗ, ਮੁਲਤਾਨੀ ਮਲ ਮੋਦੀ ਕਾਲਜ ਪਟਿਆਲਾ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਗੱਲ ਕਰਾਂਗੇ ਦਲੀਪ ਕੌਰ ਟਿਵਾਣਾ ਦੇ ਨਾਵਲ ਇਹੋ ਹਮਾਰਾ ਜੀਵਨਾ ਬਾਰੇ। ਡਾਕਟਰ ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਪਿੰਡ ਰੱਬੋਂ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਭਾਵੇਂ ਕਿ ਸਰਕਾਰੀ ਕਾਗਜ਼ਾਂ ਵਿੱਚ ਉਹਨਾਂ ਦੀ ਜਨਮ ਮਿਤੀ ਦਾ ਸਨ 1932 ਹੈ। ਦਲੀਪ ਕੌਰ ਟਿਵਾਣਾ ਨੇ ਆਪਣੀ ਪ੍ਰਾਇਮਰੀ ਤੋਂ MA ਤੱਕ ਦੀ ਪੜ੍ਹਾਈ ਪਟਿਆਲਾ ਵਿੱਚ ਹੀ ਕੀਤੀ, ਕਿਉਂਕਿ ਉਹਨਾਂ ਦੀ ਭੂਆ ਜੀ ਤੇ ਫੁੱਫੜ ਜੀ ਦੇ ਕੋਈ ਔਲਾਦ ਨਹੀਂ ਸੀ। ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਗੋਦ ਲੈ ਲਿਆ ਸੀ ਤੇ ਬਚਪਨ ਤੋਂ ਹੀ ਉਹਨਾਂ ਦਾ ਵਧੇਰੇ ਸਮਾਂ ਪਟਿਆਲਾ ਦੇ ਵਿੱਚ ਹੀ ਬੀਤਿਆ। ਡਾਕਟਰ ਟਿਵਾਣਾ ਨੇ ਆਪਣੀ PhD ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜਾਬੀ ਨਿੱਕੀ ਕਹਾਣੀ ਦੇ ਝੁਕਾਅ ਅਤੇ ਵਿਸ਼ੇਸ਼ਤਾਵਾਂ ਵਿਸ਼ੇ 'ਤੇ ਕੀਤੀ। ਆਪਣੀ ਜ਼ਿੰਦਗੀ ਦਾ ਵਧੇਰੇ ਸਮਾਂ ਉਹਨਾਂ ਪੰਜਾਬੀ ਯੂਨੀਵਰਸਿਟੀ ਵਿਖੇ ਪੜ੍ਹਾਇਆ, ਜਿੱਥੇ ਉਹਨਾਂ ਬਤੌਰ ਮੁਖੀ ਪੰਜਾਬੀ ਵਿਭਾਗ ਕਈ ਸਾਲ ਕਾਰਜ ਕੀਤਾ। 31 ਜਨਵਰੀ 2020 ਨੂੰ ਉਹ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪੰਜਾਬੀ ਸਾਹਿਤਕ ਖੇਤਰ ਵਿੱਚ ਗਲਪਕਾਰਾ ਦਲੀਪ ਕੌਰ ਟਿਵਾਣਾ ਦਾ ਵਿਸ਼ੇਸ਼ ਮੁਕਾਮ ਹੈ। ਉਸਨੇ ਨਾਵਲ ਵਿਧਾ ਤੋਂ ਇਲਾਵਾ ਕਹਾਣੀ ਅਤੇ ਹੋਰਨਾਂ ਵਿਧਾਵਾਂ ਵਿੱਚ ਵੀ ਹੱਥ ਅਜ਼ਮਾਇਆ, ਪਰ ਉਸਨੂੰ ਨਾਵਲ ਦੇ ਖੇਤਰ ਵਿੱਚ ਜ਼ਿਆਦਾ ਪ੍ਰਵਾਨਿਆ ਗਿਆ। ਦਲੀਪ ਕੌਰ ਟਿਵਾਣਾ ਨੇ ਜ਼ਿਆਦਾਤਰ ਛੋਟੇ ਆਕਾਰ ਦੇ ਨਾਵਲ ਰਚੇ, ਪਰ ਕਥਾ ਕਹੋ ਉਰਵਸ਼ੀ ਉਹਨਾਂ ਦਾ ਵੱਡਕਾਰੀ ਨਾਵਲ ਹੈ। ਦਲੀਪ ਕੌਰ ਟਿਵਾਣਾ ਨੇ ਲਗਭਗ 3 ਦਰਜਨ ਦੇ ਕਰੀਬ ਨਾਵਲ ਰਚੇ ਹਨ। ਅਗਨੀ ਪ੍ਰੀਖਿਆ, ਇਹੋ ਹਮਾਰਾ ਜੀਵਣਾ, ਤੀਲੀ ਦਾ ਨਿਸ਼ਾਨ, ਦੂਸਰੀ ਸੀਤਾ, ਹਸਤਾਖਰ, ਪੈੜ ਚਾਲ, ਲੰਘੇ ਦਰਿਆ, ਕਥਾ ਕੁਕ ਨਸਦੀ ਅਤੇ ਕਥਾ ਕਹੋ ਉਰਵਸ਼ੀ ਉਹਨਾਂ ਦੇ ਪ੍ਰਸਿੱਧ ਨਾਵਲ ਹਨ। ਉਹਨਾਂ ਦੇ ਕੁਝ ਨਾਵਲਾਂ ਉੱਤੇ ਫਿਲਮਾਂ ਜਾਂ TV ਸੀਰੀਅਲ ਵੀ ਬਣੇ ਹਨ, ਜਿਵੇਂ ਕਿ ਇਹੋ ਹਮਾਰਾ ਜੀਵਨਾ ਨਾਵਲ ਦੇ ਉੱਤੇ ਜਲੰਧਰ ਦੂਰਦਰਸ਼ਨ ਵੱਲੋਂ ਇੱਕ TV ਸੀਰੀਅਲ ਬਣਾਇਆ ਗਿਆ। ਉਹਨਾਂ ਦੀਆਂ ਕੁਝ ਕਹਾਣੀਆਂ ਉੱਤੇ ਵੀ ਟੈਲੀਫਿਲਮਾਂ ਬਣੀਆਂ ਹਨ। ਉਹਨਾਂ ਦੇ ਨਾਵਲ ਰਿਣ ਪਿੱਤਰਾਂ ਦੇ ਉੱਪਰ ਬਾਬਲ ਦਾ ਵਿਹੜਾ ਨਾਂ ਦੀ ਪੰਜਾਬੀ ਫੀਚਰ ਫਿਲਮ ਵੀ ਬਣੀ ਹੈ। ਨਾਵਲ ਤੋਂ ਇਲਾਵਾ ਉਹਨਾਂ ਨੇ ਲਗਭਗ 6 ਕਹਾਣੀ ਸੰਗ੍ਰਹਿ, 5 ਭਾਗਾਂ ਵਿੱਚ ਆਪਣੀ ਸਵੈ ਜੀਵਨੀ, ਨੰਗੇ ਪੈਰਾਂ ਦਾ ਸਫ਼ਰ, ਪੂਛਤੇ ਹੋ ਤੋ ਸੁਣੋ, ਸਿਖਰ ਦੁਪਹਿਰੇ, ਆਪਣੀ ਛਾਵੇਂ, ਤੁਰਦਿਆਂ ਤੁਰਦਿਆਂ ਨਾ ਹੇਠ ਲਿਖੀ ਹੈ। ਇਸ ਤੋਂ ਇਲਾਵਾ ਬੱਚਿਆਂ ਲਈ ਤੇ ਕਿਤਾਬਾਂ ਵੀ ਉਹਨਾਂ ਨੇ ਲਿਖੀਆਂ ਹਨ। ਜਿਉਣ ਜੋਗੇ ਨਾਂ ਦਾ ਇੱਕ ਰੇਖਾ ਚਿੱਤਰ ਸੰਗ੍ਰਹਿ ਵੀ ਉਹਨਾਂ ਲਿਖਿਆ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਆਲੋਚਨਾ ਅਤੇ ਸੰਪਾਦਨਾ ਦੇ ਖੇਤਰ ਵਿੱਚ ਬਹੁਤ ਕਾਰਜ ਕੀਤਾ ਹੈ। ਦਲੀਪ ਕੌਰ ਟਿਵਾਣਾ ਨੇ 1967 ਵਿੱਚ ਨਾਵਲ ਸਿਰਜਣਾ ਦਾ ਅਮਲ ਸ਼ੁਰੂ ਕੀਤਾ ਸੀ, ਪਰ ਇਸ ਗੱਲ ਨੇ ਪਾਠਕਾਂ ਨੂੰ ਬਹੁਤ ਹੈਰਾਨ ਕੀਤਾ ਕਿ 1971 ਵਿੱਚ ਉਹਨਾਂ ਦੇ ਦੂਜੇ ਨਾਵਲ ਇਹੋ ਹਮਾਰਾ ਜੀਵਨਾ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਕੌਮੀ ਪੁਰਸਕਾਰ ਮਿਲ ਗਿਆ ਸੀ। ਇਹ ਉਹਨਾਂ ਦੀ ਪ੍ਰਤਿਭਾ ਦਾ ਹੀ ਕਮਾਲ ਹੈ ਕਿ ਉਹਨਾਂ ਨੇ ਵਿਚਾਰ ਅਧੀਨ ਇਸ ਛੋਟੇ ਜਿਹੇ ਨਾਵਲ ਵਿੱਚ ਸਮਕਾਲ ਵਿਚਲੇ ਸਮਾਜ ਸੱਭਿਆਚਾਰਕ ਵਰਤਾਰਿਆਂ ਨੂੰ ਬੜੀ ਬਖੂਬੀ ਨਾਲ ਪੇਸ਼ ਕੀਤਾ। ਇਸ ਨਾਵਲ ਵਿੱਚ ਪੰਜਾਬ ਦੀ ਆਰਥਿਕ, ਸੱਭਿਆਚਾਰਕ, ਸਮਾਜਿਕ ਸੰਰਚਨਾ ਦਾ ਵਰਣਨ ਬੜੇ ਹੀ ਯਥਾਰਥਕ ਤੇ ਜੀਵੰਤ ਢੰਗ ਨਾਲ ਕੀਤਾ ਗਿਆ ਹੈ। ਸਾਹਿਤਕ ਖੇਤਰ ਵਿਚਲਾ ਸਰਸਵਤੀ ਪੁਰਸਕਾਰ ਵੀ ਟਿਵਾਣਾ ਨੂੰ ਉਹਨਾਂ ਦੇ ਨਾਵਲ ਕਥਾ ਕਹੋ ਉਰਵਸ਼ੀ ਤੇ ਮਿਲ ਚੁੱਕਾ ਹੈ। ਸਾਹਿਤ ਦੇ ਖੇਤਰ ਦੇ 2 ਵੱਡੇ ਨਾਮ, ਭਾਰਤੀ ਸਾਹਿਤ ਅਕਾਦਮੀ ਦਾ ਅਵਾਰਡ ਉਹਨਾਂ ਨੂੰ ਉਹਨਾਂ ਦੇ ਨਾਵਲ ਇਹੋ ਹਮਾਰਾ ਜੀਵਨਾ ਉੱਪਰ ਮਿਲਿਆ ਤੇ ਸਰਸਵਤੀ ਪੁਰਸਕਾਰ ਉਹਨਾਂ ਨੂੰ ਕਥਾ ਕਹੋ ਉਰਵਸ਼ੀ ਨਾਵਲ ਦੇ ਉੱਪਰ ਮਿਲਿਆ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਵੀ ਸਨਮਾਨਿਤ ਕੀਤਾ ਹੈ। ਅੱਜ ਜਿਸ ਨਾਵਲ ਬਾਰੇ ਅਸੀਂ ਵਿਚਾਰ ਚਰਚਾ ਕਰਨੀ ਹੈ
ਉਹ ਹੈ ਇਹੋ ਹਮਾਰਾ ਜੀਵਣਾ। ਇਹੋ ਹਮਾਰਾ ਜੀਵਣਾ ਦਾ ਵਿਸ਼ਲੇਸ਼ਣ ਕਰਦਿਆਂ ਅਸੀਂ ਆਪਣੀ ਗੱਲ ਨਾਵਲ ਦੇ ਸਿਰਲੇਖ ਤੋਂ ਸ਼ੁਰੂ ਕਰਾਂਗੇ। ਕਿਸੇ ਵੀ ਨਾਵਲ ਦਾ ਸਿਰਲੇਖ ਬਹੁਤ ਅਹਿਮੀਅਤ ਰੱਖਦਾ ਤੇ ਨਾਵਲ ਦੇ ਸਰੂਪ ਨੂੰ ਚਿੰਨ੍ਹਿਤ ਕਰਦਾ। ਨਾਵਲ ਦੇ ਸਰੂਪ ਨੂੰ ਚਿੰਨ੍ਹਿਤ ਕਰਦਾ ਹੋਣਾ ਚਾਹੀਦਾ ਤੇ ਇਹ ਨਾਵਲ ਵੀ ਇਸ ਤਰ੍ਹਾਂ ਹੀ ਆਪਣੇ ਸਿਰਲੇਖ ਨਾਲ ਪੂਰੀ ਤਰ੍ਹਾਂ ਇਨਸਾਫ ਕਰਦਾ। ਨਾਵਲ ਦੀ ਕਹਾਣੀ ਦੇ ਵਿੱਚੋਂ ਨਾਵਲ ਦਾ ਸਿਰਲੇਖ ਚਿੰਨ੍ਹਿਤ ਹੁੰਦਾ ਤੇ ਨਾਵਲ ਦੇ ਸਿਰਲੇਖ ਦੇ ਵਿੱਚੋਂ ਨਾਵਲ ਦੀ ਕਹਾਣੀ ਚਿੰਨ੍ਹਿਤ ਹੁੰਦੀ ਹੈ। ਟਿਵਾਣਾ ਨੇ ਆਪਣੇ ਇਸ ਨਾਵਲ ਦਾ ਸਿਰਲੇਖ ਅਧਿਆਤਮਕ ਰੰਗਤ ਵਾਲਾ ਲਿਆ ਹੈ, ਪਰ ਇਹ ਦਮਤ ਜਾਂ ਦੱਬੇ ਵਰਗ ਦੀ ਦੁੱਖਾਂ ਭਰੀ ਹਾਲਤ ਨੂੰ ਪੂਰੀ ਤਰ੍ਹਾਂ ਬਿਆਨ ਕਰਦਾ ਹੈ। ਇਸ ਨਾਵਲ ਦਾ ਇਹ ਸਿਰਲੇਖ ਬਾਬਾ ਫਰੀਦ ਜੀ ਦੇ ਇੱਕ ਸ਼ਲੋਕ ਤੇ ਆਧਾਰਿਤ ਹੈ। ਫਰੀਦਾ ਚਿੰਤ ਖਟੋਲਾ ਵਾਣ ਦੁੱਖ, ਬਿਰਹੋ ਵਿਛਾਵਣ ਲੇਖ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਇਸ ਸ਼ਲੋਕ ਦੇ ਜੇਕਰ ਸਰਲ ਅਰਥ ਦੇਖੇ ਜਾਣ ਤਾਂ ਬਾਬਾ ਫਰੀਦ ਜੀ ਨੇ ਜੀਵ ਆਤਮਾ ਦੀ ਵਿਯੋਗਮਈ ਅਤੇ ਤਰਸਯੋਗ ਹਾਲਤ ਨੂੰ ਬਿਆਨ ਕੀਤਾ ਹੈ। ਇਸ ਸ਼ਲੋਕ ਵਿੱਚ ਪ੍ਰਭੂ ਤੋਂ ਵਿਛੜੀ ਜੀਵ ਆਤਮਾ ਦੀ ਹਾਲਤ ਤੇ ਨਜ਼ਰਸਾਨੀ ਦੀ ਪਰਮਾਤਮਾ ਤੋਂ ਮੰਗ ਕੀਤੀ ਗਈ ਹੈ। ਮਨ ਨੂੰ ਮੰਜੇ ਨਾਲ ਤੁਲਨਾ ਦਿੰਦਿਆਂ ਦੁੱਖਾਂ ਦਾ ਵਾਣ ਅਤੇ ਬਿਰਹਾਂ ਨੂੰ ਚਾਦਰ ਨਾਲ ਤੁਲਨਾਇਆ ਗਿਆ ਹੈ। ਮੰਗ ਕੀਤੀ ਗਈ ਹੈ ਕਿ ਹੇ ਪ੍ਰਭੂ, ਮੇਰੀ ਇਸ ਵਿਜੋਗਮਈ ਤਰਸਯੋਗ ਹਾਲਤ ਅਤੇ ਦੁੱਖਾਂ ਵੱਲ ਨਜ਼ਰ ਮਾਰ। ਇਸ ਸ਼ਲੋਕ ਦੀ ਦੂਸਰੀ ਸਤਰ ਤੇ ਆਧਾਰਿਤ ਇਹ ਸਿਰਲੇਖ ਇਸ ਨਾਵਲ ਦੇ ਸਰੂਪ ਤੇ ਪੂਰੀ ਤਰ੍ਹਾਂ ਢੁਕਦਾ ਹੈ, ਕਿਉਂਕਿ ਇਸ ਤਰ੍ਹਾਂ ਦੀ ਹੀ ਵਿਵਸਥਾ ਸਮੁੱਚੇ ਨਾਵਲ ਵਿੱਚ ਛਾਈ ਹੋਈ ਹੈ। ਬਾਬਾ ਫਰੀਦ ਜੀ ਦੇ ਸ਼ਲੋਕ ਵਿੱਚ ਜਿੱਥੇ ਜੀਵ ਆਤਮਾ ਦੀ ਦੁਖਦਾਈ ਜਾਂ ਤਰਸਯੋਗ ਹਾਲਤ ਵੱਲ ਇਸ਼ਾਰਾ ਹੈ, ਉੱਥੇ ਇਸ ਨਾਵਲ ਦੇ ਵਿੱਚ ਸਮੁੱਚੀ ਔਰਤ ਜਗਤ ਜਾਂ ਪੰਜਾਬੀ ਔਰਤ ਦੇ ਦੁੱਖਾਂ ਦੀ ਬਾਤ ਪਾਈ ਗਈ ਹੈ, ਜਿਸ ਨੂੰ ਇਸ ਸਮਾਜ ਸੱਭਿਆਚਾਰਕ ਦੀਆਂ ਅਖੌਤੀ ਰਵਾਇਤਾਂ ਕਦਰਾਂ ਇਸ ਤਰ੍ਹਾਂ ਨਪੀੜਦੀਆਂ ਹਨ ਕਿ ਉਸ ਦੀ ਜ਼ਿੰਦਗੀ ਇੱਕ ਦੁੱਖਾਂ ਦਾ ਘਰ ਬਣ ਕੇ ਰਹਿ ਜਾਂਦੀ ਹੈ। ਇਹ ਨਾਵਲ ਨਾਰੀਵਾਦੀ ਸਰੋਕਾਰਾਂ ਨਾਲ ਜੁੜਿਆ ਹੋਇਆ ਹੈ। ਟਿਵਾਣਾ ਨੇ ਬਹੁਤੇ ਨਾਵਲਾਂ ਅੰਦਰ ਇਸਤਰੀ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਇਸਤਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰਗਟਾਇਆ ਗਿਆ ਹੈ। ਉਹ ਆਪਣੇ ਨਾਵਲਾਂ ਵਿੱਚ ਇਸਤਰੀ ਨੂੰ ਵਧੇਰੇ ਹਮਦਰਦੀ ਨਾਲ ਚਿੱਤਰਦੀ ਹੈ। ਪੰਜਾਬੀ ਸਮਾਜ ਸੱਭਿਆਚਾਰ ਦੇ ਸੰਦਰਭ ਵਿੱਚ ਔਰਤ ਦੇ ਦੁੱਖ ਦਰਦਾਂ ਨੂੰ ਸਮਝਣ ਤੇ ਮਹਿਸੂਸ ਕਰਕੇ ਲਿਖਣ ਵਾਲੀ ਔਰਤ ਵਜੋਂ ਦਲੀਪ ਕੌਰ ਟਿਵਾਣਾ ਨੂੰ ਜਾਣਿਆ ਜਾਂਦਾ ਹੈ। ਇਸ ਨਾਵਲ ਵਿੱਚ ਉਸਨੇ ਦਿਹਾਤੀ ਖੇਤਰ ਵਿੱਚ ਵਿਚਰਦੀ ਪੰਜਾਬੀ ਔਰਤ ਦੇ ਸਰੂਪ ਅਤੇ ਉਸ ਦੀਆਂ ਸਮੱਸਿਆਵਾਂ ਨੂੰ ਚਿਤਰਿਆ ਹੈ। ਇਹ ਔਰਤ ਸਨਾਤਨੀ ਪਿਤਰੀ ਸਮਾਜ ਦਾ ਦੁਖਾਂਤ ਭੋਗਦੀ ਦਿਖਾਈ ਗਈ ਹੈ। ਨਾਵਲ ਦੀ ਨਾਇਕਾ ਭਾਨੋ ਪੰਜਾਬ ਦੇ ਪੇਂਡੂ ਖੇਤਰ ਵਿੱਚ ਵਿਚਰਦੀਆਂ ਤਮਾਮ ਔਰਤਾਂ ਦੀ ਪ੍ਰਤੀਕ ਬਣ ਕੇ ਪੇਸ਼ ਹੁੰਦੀ ਹੈ, ਜਦੋਂ ਆਰਥਿਕ ਤੌਰ ਤੇ ਅਸਮਰੱਥ ਹੋਣ ਕਰਕੇ ਦੁੱਖ ਭੋਗ ਰਹੀਆਂ ਹਨ। ਵਿਸ਼ਵ ਪੱਧਰ ਤੇ ਚੱਲੀਆਂ ਨਾਰੀ ਮੁਕਤੀ ਲਹਿਰਾਂ ਨੇ ਪੰਜਾਬੀ ਸਾਹਿਤ ਨੂੰ ਵੀ ਪ੍ਰਭਾਵਿਤ ਕੀਤਾ ਹੈ। ਵੱਖ-ਵੱਖ ਨਾਰੀਵਾਦੀ ਮਾਡਲਾਂ ਅਨੁਸਾਰ ਨਾਰੀ ਮੁਕਤੀ ਦੇ ਵੱਖ-ਵੱਖ ਸੰਕਲਪ ਉੱਭਰ ਕੇ ਸਾਹਮਣੇ ਆਏ ਹਨ। ਪ੍ਰਸਿੱਧ ਫਰਾਂਸੀਸੀ ਚਿੰਤਕ ਸਿਮੋਨ ਡੀ ਬੋਵੀਅਰ ਦਾ ਵਿਚਾਰ ਹੈ ਕਿ ਔਰਤ ਪੈਦਾ ਨਹੀਂ ਹੁੰਦੀ, ਸਗੋਂ ਬਾਅਦ ਵਿੱਚ ਬਣਦੀ ਹੈ ਜਾਂ ਬਣਾਈ ਜਾਂਦੀ ਹੈ। ਇਹ ਵਿਚਾਰ ਦੱਸਦਾ ਹੈ ਕਿ ਕਿਵੇਂ ਪੁਰਖ ਪ੍ਰਧਾਨ ਸੱਭਿਆਚਾਰ ਔਰਤ ਨੂੰ ਆਪਣੇ ਅਨੁਸਾਰ ਢਾਲ ਲੈਂਦਾ ਹੈ, ਉਸ ਦੀ ਮਾਨਸਿਕਤਾ ਨੂੰ ਆਪਣੇ ਅਨੁਸਾਰ ਹੀ ਘੜ ਲੈਂਦਾ ਹੈ। ਇਸ ਨਾਵਲ ਵਿੱਚ ਭਾਨੋ ਦੇ ਕਿਰਦਾਰ ਰਾਹੀਂ ਔਰਤ ਦੇ ਇਸ ਵਿਵਹਾਰ ਅਤੇ ਸਮਾਜ ਦੇ ਉਸ ਉੱਪਰ ਗਲਬੇ ਨੂੰ ਪੇਸ਼ ਕੀਤਾ ਗਿਆ। ਵਿਸ਼ਵ ਪੱਧਰ ਤੇ ਨਾਰੀਵਾਦੀ ਚਿੰਤਨ ਦੇ ਤਿੰਨ ਪ੍ਰਮੁੱਖ ਮਾਡਲ ਉੱਭਰਦੇ ਹਨ। ਲੋਕ ਰਾਜੀ ਉਦਾਰਵਾਦੀ ਮਾਡਲ, ਦੂਸਰਾ ਅਮਰੀਕੀ ਉਗਰਵਾਦੀ ਮਾਡਲ ਤੇ ਤੀਸਰਾ ਹੈ ਸਮਾਜਵਾਦੀ ਨਾਰੀਵਾਦੀ ਮਾਡਲ।
ਪਹਿਲੇ ਮਾਡਲ ਅਨੁਸਾਰ ਇਸਤਰੀ ਮਰਦ ਆਪਸੀ ਸਹਿਯੋਗ ਵਿੱਚ ਵਿਚਰਨ ਅਤੇ ਘਰੇਲੂ ਕੰਮਾਂ ਵਿੱਚ ਇੱਕ ਦੂਜੇ ਦਾ ਸਾਥ ਦੇਣ। ਇਸਤਰੀ ਨੂੰ ਵਾਰਡ ਚੁਣਨ ਦਾ ਅਧਿਕਾਰ ਅਤੇ ਕਿੱਤਾ ਜਾਂ ਕੈਰੀਅਰ ਦਾ ਅਧਿਕਾਰ ਦੇਣ ਦੀ ਮੰਗ ਕਰਦਾ ਹੈ। ਮੈਰੀ ਗਾਰਡੀਅਨ ਅਤੇ ਜੇ.ਐਮ. ਮਿਲ ਦੀਆਂ ਲਿਖਤਾਂ ਇਸ ਨਾਵਲ ਦਾ ਇਸ ਮਾਡਲ ਦਾ ਆਧਾਰ ਬਣੀਆਂ। ਦੂਜਾ ਮਾਡਲ ਮਾਰਕਸਵਾਦੀ ਨਾਰੀਵਾਦੀ ਮਾਡਲ ਦੇ ਵਿਰੋਧ ਵਿੱਚ ਹੋਂਦ ਵਿੱਚ ਆਇਆ, ਜਿਸ ਦਾ ਮੁੱਖ ਮਨੋਰਥ ਪੁਰਸ਼ ਪ੍ਰਧਾਨ ਸੱਭਿਆਚਾਰ ਦਾ ਉਗੜ ਢੰਗ ਨਾਲ ਵਿਰੋਧ ਕਰਨਾ ਸੀ। ਇਸ ਲਹਿਰ ਵਿੱਚ ਸ਼ਾਮਲ ਇਸਤਰੀਆਂ ਨੇ ਪਿਤਰੀ ਸਮਾਜ, ਵਿਆਹ ਅਤੇ ਪਰਿਵਾਰ ਦੀਆਂ ਸੰਸਥਾਵਾਂ ਨੂੰ ਨਕਾਰਿਆ ਅਤੇ ਲਿੰਗ ਕ੍ਰਾਂਤੀ ਦੀ ਗੱਲ ਕੀਤੀ। ਤੀਜੇ ਮਾਡਲ ਸਮਾਜਵਾਦੀ ਮਾਡਲ ਵਿੱਚ ਔਰਤ ਨੂੰ ਆਰਥਿਕ ਬਰਾਬਰੀ ਦੇ ਕੇ ਉਸ ਨੂੰ ਪੁਰਸ਼ ਦੇ ਬਰਾਬਰ ਅਧਿਕਾਰ ਦੇਣ ਦੀ ਮੰਗ ਕਰਦਾ ਹੈ। ਆਰਥਿਕ ਗੁਲਾਮੀ ਨੂੰ ਹੀ ਔਰਤ ਦੇ ਸੰਤਾਪ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਗਿਆ। ਭਾਵੇਂ ਕਿ ਦਲੀਪ ਕੌਰ ਟਿਵਾਣਾ ਦੇ ਨਾਵਲਾਂ ਵਿੱਚ ਇਹਨਾਂ ਮਾਡਲਾਂ ਵਿੱਚੋਂ ਕਿਸੇ ਨੂੰ ਵੀ ਸਿੱਧੇ ਤੌਰ ਤੇ ਨਹੀਂ ਅਪਣਾਇਆ ਗਿਆ, ਭਾਵੇਂ ਦਲੀਪ ਕੌਰ ਟਿਵਾਣਾ ਦੀਆਂ ਨਾਇਕਾਵਾਂ ਜਾਂ ਔਰਤ ਪਾਤਰਾਂ ਉੱਪਰ ਇਸ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਹਨ ਕਿ ਉਹ ਵਿਦਰੋਹੀ ਨਹੀਂ ਹਨ, ਪਰ ਉਹਨਾਂ ਦੀਆਂ ਨਾਇਕਾਵਾਂ ਦੀ ਖੂਬਸੂਰਤੀ ਇਹ ਹੈ ਕਿ ਭਾਵੇਂ ਉਹ ਵਿਦਰੋਹ ਨਹੀਂ ਕਰਦੀਆਂ, ਪਰ ਉਹ ਸਮਝੌਤਾ ਵੀ ਨਹੀਂ ਕਰਦੀਆਂ। ਇਸ ਵਿਦਰੋਹ ਤੇ ਸਮਝੌਤੇ ਦੇ ਵਿਚਕਾਰ ਜੋ ਯਥਾਰਥ ਦੀ ਜ਼ਮੀਨ ਹੈ, ਉਸ ਦੇ ਉੱਪਰ ਦਲੀਪ ਕੌਰ ਟਿਵਾਣਾ ਦੀਆਂ ਨਾਇਕਾਵਾਂ ਆਪਣੇ ਸਮਾਜ ਸੱਭਿਆਚਾਰਕ ਸੰਦਰਭਾਂ ਵਿੱਚ ਵਿਚਰਦੀਆਂ ਦਿਖਾਈ ਦਿੰਦੀਆਂ ਹਨ। ਨਾਵਲ ਅੰਦਰ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਵਾਪਰਦੀਆਂ ਦੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਨਾਵਲ ਦੀ ਨਾਇਕਾ ਭਾਨੋ ਨੂੰ ਵੱਖ-ਵੱਖ ਸਮਾਜ ਸੱਭਿਆਚਾਰਕ ਪਰਿਸਥਿਤੀਆਂ ਅਨੁਸਾਰ ਢਲਦਿਆਂ ਦਿਖਾਇਆ ਗਿਆ। ਇਹ ਪਰਿਸਥਿਤੀਆਂ ਹੀ ਉਸ ਉੱਤੇ ਅਸਰਅੰਦਾਜ਼ ਹੋ ਕੇ ਉਸ ਦੇ ਵਿਵਹਾਰ ਨੂੰ ਨਿਰਧਾਰਿਤ ਕਰਦੀਆਂ ਹਨ। ਇਸ ਤਰ੍ਹਾਂ ਉਹ ਬਚਪਨ ਵਿੱਚ ਮਾਂ ਦੇ ਮਰਨ ਤੋਂ ਲੈ ਕੇ ਅੰਤ ਵਿੱਚ ਨਰੈਣ ਅਮਲੀ ਦਾ ਘਰ ਛੱਡ ਕੇ ਜਾਣ ਤੱਕ ਉਸ ਦੇ ਸਮਾਜਿਕ ਵਿਵਹਾਰ ਨੂੰ ਦੇਖਿਆ ਜਾ ਸਕਦਾ ਹੈ। ਸ਼ੁਰੂਆਤ ਵਿੱਚ ਉਹ ਨਰੈਣ ਅਮਲੀ ਦੇ ਘਰ ਉਸ ਦਾ ਸਮਾਜਿਕ ਮਰਜ਼ਾਦਾ ਅਨੁਸਾਰ ਵਿਆਹ ਕੇ ਲਿਆਂਦੀ ਔਰਤ ਵਰਗਾ ਵਰਤੋਂ ਵਿਹਾਰ, ਪਿੰਡ ਦੀਆਂ ਬਾਕੀ ਔਰਤਾਂ ਨਾਲ ਹਮਦਰਦੀ ਭਰਿਆ ਵਿਵਹਾਰ, ਨਰੈਣ ਨਾਲ ਕੀਤਾ ਗਿਆ ਵਿਵਹਾਰ ਅਤੇ ਨਰੈਣ ਦੀ ਦੂਜੀ ਪਤਨੀ ਭਾਗਵੰਤੀ, ਜਾਗਰ ਅਤੇ ਗੁਰਦੁਆਰੇ ਦੇ ਗ੍ਰੰਥੀ ਨਾਲ ਕੀਤਾ ਸੱਭਿਅਕ ਵਿਵਹਾਰ ਵੀ ਸ਼ਾਮਲ ਹੈ। ਇਹਨਾਂ ਸਾਰੀਆਂ ਪਰਿਸਥਿਤੀਆਂ ਵਿੱਚ ਭਾਨੋ ਦਾ ਕਿਰਦਾਰ ਹੋਰ ਨਿਖਰ ਕੇ ਸਾਹਮਣੇ ਆਉਂਦਾ ਹੈ, ਪਰ ਇਹ ਘਟਨਾਵਾਂ ਉਸ ਦੀ ਬੇਵਸੀ ਅਤੇ ਸਮਾਜਿਕ ਅਨੁਕੂਲਨ ਹੋ ਜਾਣ ਦੀਆਂ ਸੂਚਕ ਵੀ ਹਨ, ਕਿਉਂਕਿ ਭਾਨੋ ਦੀ ਸਾਰੀ ਜ਼ਿੰਦਗੀ ਸੱਭਿਆਚਾਰਕ ਤੌਰ ਤੇ ਪ੍ਰਵਾਨਿਤ ਮਰਿਆਦਾਗਤ ਜ਼ਿੰਦਗੀ ਭੋਗਣ ਲਈ ਸੰਘਰਸ਼ੀ ਹੈ। ਇਸ ਨਾਵਲ ਦੀ ਮੁੱਖ ਪਾਤਰ ਭਾਨੋ ਦਾ ਦਵੰਦ ਇਹ ਹੈ ਕਿ ਉਹ ਸਾਰੀ ਉਮਰ ਆਪਣੀਆਂ ਸਮਾਜ ਸੱਭਿਆਚਾਰਕ ਕਦਰਾਂ ਕੀਮਤਾਂ ਪ੍ਰਤੀ ਸਚਿਆਰੀ ਰਹਿੰਦੀ ਹੈ, ਪਰੰਤੂ ਇਸ ਸੱਭਿਆਚਾਰ ਦੇ ਨਕਾਰਾਤਮਕ ਪਹਿਲੂ ਉਸ ਦੇ ਦੁਖਾਂਤ ਜਾਂ ਦੁੱਖਾਂ ਦਾ ਕਾਰਨ ਬਣਦੇ ਹਨ। ਭਾਵੇਂ ਭਾਨੋ ਵਿਦਰੋਹੀ ਨਹੀਂ, ਪਰ ਉਹ ਸਮਝੌਤਾਵਾਦੀ ਵੀ ਨਹੀਂ। ਜਿਵੇਂ ਕਿ ਉਹ ਸਰਵਣ ਦੀ ਮੌਤ ਤੋਂ ਬਾਅਦ ਸਰਵਣ ਦੇ ਭਾਈਆਂ ਨੂੰ ਨਹੀਂ ਸਵੀਕਾਰ ਕਰਦੀ। ਜਦੋਂ ਉਸ ਦਾ ਬਾਪੂ ਉਸ ਦਾ ਦੂਸਰਾ ਵਿਆਹ ਕਰਨ ਲੱਗਦਾ ਤਾਂ ਉਸ ਵੇਲੇ ਵੀ ਉਹ ਨਾਬਰ ਹੋ ਜਾਂਦੀ ਹੈ। ਤੇ ਜਾਗਰ ਤੇ ਭਾਈ ਜੀ ਵਰਗੇ ਜੋ ਪਾਤਰ ਹਨ ਤੇ ਉਹਨਾਂ ਦੇ ਮਾੜੇ ਇਰਾਦਿਆਂ ਵਿੱਚ ਵੀ ਉਹ ਉਹਨਾਂ ਦਾ ਸਾਥ ਨਹੀਂ ਦਿੰਦੀ, ਪਰੰਤੂ ਇਸ ਸਭ ਕਾਸੇ ਦੇ ਬਾਵਜੂਦ ਉਹ ਸਮਾਜ ਸੱਭਿਆਚਾਰਕ ਮਾਨਤਾਵਾਂ ਨੂੰ ਲੰਘ ਕੇ ਵਿਦਰੋਹੀ ਨਹੀਂ ਬਣਦੀ ਤੇ ਇਸ ਪੱਖ ਤੋਂ ਉਹ ਨਿਸ਼ਕਿਰਿਆ ਜਾਪਦੀ ਹੈ। ਤੇ ਜੇ ਇੱਕ ਤਰ੍ਹਾਂ ਦੇਖਿਆ ਜਾਵੇ, ਔਰਤ ਨੂੰ ਵਸਤ ਸਮਝਣ ਵਾਲੇ ਸੱਭਿਆਚਾਰ ਦੀਆਂ ਮਾਨਤਾਵਾਂ ਤੇ ਮੋਹਰ ਲਾਉਣ ਦੀ ਪ੍ਰਤੀਤ ਹੁੰਦੀ ਹੈ। ਨਾਵਲ ਅੰਦਰ ਸਮਾਜ ਸੱਭਿਆਚਾਰਕ ਪਰਿਸਥਿਤੀਆਂ ਇੰਨੀਆਂ ਜ਼ਿਆਦਾ ਪ੍ਰਬਲ ਹਨ ਕਿ ਭਾਨੋ ਭੜੀ ਕੇ ਕੋਟਲੇ ਤੋਂ ਉਸਦੇ ਪਿਤਾ ਦੁਆਰਾ ਆਰਥਿਕ ਹਾਲਾਤਾਂ ਦੀ ਮਾਰ ਕਰਕੇ ਮੋਰਾਂ ਵਾਲੀ ਦੇ ਸਰਵਣ ਕੋਲੋਂ ਪੈਸੇ ਲੈ ਕੇ ਵਿਆਹ ਦਿੱਤੀ ਜਾਂਦੀ ਹੈ।
ਫਿਰ ਉਸ ਨੂੰ ਦੂਜੀ ਥਾਂ ਨਰਾਇਣ ਅਮਲੀ ਦੇ ਘਰ ਅਤੇ ਅੰਤ ਵਿੱਚ ਫੱਤੇ ਨਾਲ ਤੋੜ ਦਿੱਤਾ ਜਾਂਦਾ ਹੈ। ਇਹ ਯਥਾਰਥਵਾਦੀ ਪੇਸ਼ਕਾਰੀ ਨਰਾਇਣ ਦੇ ਮੂੰਹੋਂ ਕਰਵਾਈ ਗਈ ਹੈ, ਪਰ ਵਿਡੰਬਨਾ ਇਹ ਹੈ ਕਿ ਅੰਤ ਵਿੱਚ ਨਰਾਇਣ ਵੀ ਉਸ ਨੂੰ ਤੀਜੀ ਥਾਂ ਵੇਚ ਦਿੰਦਾ ਹੈ। ਤੈਨੂੰ ਅੱਜ ਵੀ ਬਾਪੂ ਦਾ ਹੇਜ ਮਾਰਦਾ, ਤੈਨੂੰ ਤਾਂ ਦੂਜੀ ਵਾਰੀ ਵੀ ਵੇਚਣ ਨੂੰ ਫਿਰਦਾ ਸੀ, ਅਜੇ ਤੂੰ ਆਖਦੀਆਂ ਦਿਲ ਦਾ ਨਹੀਂ ਮਾੜਾ। ਨਾਵਲ ਅੰਦਰ ਭਾਰਤੀ ਜਗੀਰੂ ਸਮਾਜ ਦੀਆਂ ਮਾਨਸਿਕ ਵਲਗਣਾਂ ਦੀ ਪੇਸ਼ਕਾਰੀ ਕਰਦਿਆਂ ਦਿਹਾਤੀ ਔਰਤ ਦੀ ਸਥਿਤੀ ਅਤੇ ਨਿਮਨ ਕਿਸਾਨੀ ਦੇ ਸੰਕਟ ਨੂੰ ਵੀ ਪੇਸ਼ ਕੀਤਾ ਗਿਆ। ਡਾਕਟਰ ਹਰਪ੍ਰੀਤ ਕੌਰ ਅਨੁਸਾਰ ਜਗੀਰਦਾਰੀ ਸੰਸਕ੍ਰਿਤੀ ਦੇ ਮੁੱਲ ਪ੍ਰਬੰਧ ਅਨੁਸਾਰ ਇਸਤਰੀ ਨੂੰ ਮੁੱਖ ਤੌਰ ਤੇ ਦੋ ਫਰਜ਼ ਨਿਭਾਉਣੇ ਚਾਹੀਦੇ ਹਨ। ਇੱਕ ਤਾਂ ਉਹ ਪਤੀਵ੍ਰਤ ਧਰਮ ਵਿੱਚ ਪਰਿਪੱਕ ਹੋਵੇ, ਦੂਜੇ ਉਹ ਜਾਇਦਾਦ ਦਾ ਨਰ ਵਾਰਸ ਪੈਦਾ ਕਰਨ ਦੇ ਕਾਬਿਲ ਹੋਵੇ। ਭਾਨੋ ਦੇ ਔਲਾਦ ਦਾ ਨਾ ਹੋਣਾ ਵੀ ਉਸ ਦੇ ਦੁਖਾਂਤ ਨੂੰ ਹੋਰ ਜ਼ਿਆਦਾ ਵਧਾ ਦਿੰਦਾ ਹੈ। ਦੂਜਾ ਦੂਸਰੀ ਥਾਂ ਤੇ ਆ ਕੇ ਵਸੀ ਹੋਣ ਕਰਕੇ ਵੀ ਸਮਾਜ ਉਸ ਨੂੰ ਬਣਦਾ ਸਤਿਕਾਰ ਨਹੀਂ ਦਿੰਦਾ। ਨਾਵਲ ਵਿਚਲੇ ਬਾਕੀ ਕਿਰਦਾਰ ਜਿਵੇਂ ਭਾਨੋ ਦਾ ਪਿਤਾ, ਸਰਵਣ ਅਤੇ ਨਰਾਇਣ ਸਭ ਨਿਮਨ ਕਿਸਾਨੀ ਨਾਲ ਸੰਬੰਧਿਤ ਪਾਤਰ ਹਨ। ਇਹ ਕਿਸਾਨੀ ਦੀ ਅਵਸਥਾ ਹਰੀ ਕ੍ਰਾਂਤੀ ਤੋਂ ਪਹਿਲਾਂ ਦੀ ਹੈ, ਜਿਸ ਵੇਲੇ ਪੰਜਾਬ ਅੰਦਰ ਖੇਤੀ ਪੈਦਾਵਾਰ ਬਹੁਤ ਘੱਟ ਸੀ। ਸਿੰਜਾਈ ਦੇ ਸਾਧਨ ਨਾ ਮਾਤਰ ਅਤੇ ਖੇਤੀ ਕੁਦਰਤ 'ਤੇ ਨਿਰਭਰ ਸੀ। ਭਾਨੋ ਦਾ ਪਤੀ ਸਰਵਣ ਵੀ ਨਿਮਨ ਕਿਸਾਨੀ ਵਰਗ ਨਾਲ ਸੰਬੰਧਿਤ ਹੈ, ਜਿਸ ਦੇ ਪਰਿਵਾਰ ਨੇ ਭਾਨੋ ਦੇ ਪਿਤਾ ਨੂੰ ਪੈਸੇ ਦੇ ਕੇ ਸਰਵਣ ਨੂੰ ਵਿਆਹ ਲਿਆ। ਪਿਤਾ ਦੁਆਰਾ ਭਾਨੋ ਦੇ ਪੈਸੇ ਵਟਣ ਅਤੇ ਨਰਾਇਣ ਦੁਆਰਾ ਉਸ ਨੂੰ ਤੀਜੀ ਥਾਂ ਵੇਚਣ ਆਦਿ ਪ੍ਰਕਾਰਜ ਉਸ ਸਮੇਂ ਦੀਆਂ ਆਰਥਿਕ ਸਮਾਜਿਕ ਸਥਿਤੀਆਂ ਦੀ ਪੇਸ਼ਕਾਰੀ ਕਰਦੇ ਹਨ। ਅਸੀਂ ਗੱਲ ਕਰ ਰਹੇ ਸੀ ਸਮਾਜ ਸੱਭਿਆਚਾਰਕ ਵਲਗਣਾਂ ਜਾਂ ਰੋਕਾਂ ਦੀ, ਜਿਨ੍ਹਾਂ ਵਿੱਚ ਇੱਕ ਪੇਂਡੂ ਪੰਜਾਬੀ ਔਰਤ ਘਿਰੀ ਦਿਖਾਈ ਦਿੰਦੀ ਹੈ, ਜੋ ਕਿ ਭਾਨੋ ਦੇ ਰੂਪ ਵਿੱਚ ਨਾਵਲ ਦੇ ਵਿੱਚ ਹਮੇਸ਼ਾ ਸਾਨੂੰ ਦਿਖਾਈ ਦੇ ਰਹੀ ਹੈ। ਭਾਨੋ ਉਸ ਔਰਤ ਦਾ ਪ੍ਰਤੀਕ ਹੀ ਹੈ ਜੋ ਕਿ ਸਮਾਜ ਸੱਭਿਆਚਾਰਕ ਵਲਗਣਾਂ ਵਿੱਚ ਘਿਰੀ ਹੋਈ ਹੈ। ਭਾਨੋ ਸਾਰੀ ਜ਼ਿੰਦਗੀ ਸੱਭਿਆਚਾਰਕ ਤੌਰ ਤੇ ਪ੍ਰਵਾਨਤ ਮਰਿਆਦਾਗਤ ਜ਼ਿੰਦਗੀ ਭੋਗਣ ਲਈ ਸੰਘਰਸ਼ ਕਰਦੀ ਹੈ, ਪਰੰਤੂ ਇਸ ਦੇ ਉਲਟ ਸੱਭਿਆਚਾਰਕ ਮਾਣ ਮਰਿਆਦਾ ਉਸ ਦਾ ਵਿਰੋਧ ਕਰਦੀ ਹੈ, ਕਿਉਂਕਿ ਭਾਨੋ ਸੱਭਿਆਚਾਰਕ ਮਾਨਤਾਵਾਂ ਨੂੰ ਉਲੰਘ ਕੇ ਆਈ ਹੋਈ ਔਰਤ ਹੈ। ਭਾਵੇਂ ਕਿ ਇਸ ਵਿੱਚ ਉਸ ਦੀ ਕੋਈ ਮਰਜ਼ੀ ਨਹੀਂ, ਪਰ ਸੱਭਿਆਚਾਰ ਮਾਨਤਾਵਾਂ ਉਸ ਨੂੰ ਉਧੜੀ ਹੋਈ ਤੇ ਇੱਕ ਬਦਚਲਨ ਔਰਤ ਸਮਝਦੇ ਨੇ, ਜੋ ਕਿ ਉਹ ਬਿਲਕੁਲ ਵੀ ਨਹੀਂ, ਪਰ ਸੱਭਿਆਚਾਰਕ ਮਾਣ ਮਰਜ਼ਾਦਾ ਅਨੁਸਾਰ ਉਸ ਨੂੰ ਇਸ ਤਰ੍ਹਾਂ ਦੀ ਸਮਝਿਆ ਜਾਂਦਾ ਹੈ। ਜਿਸ ਕਰਕੇ ਪੈਰ ਪੈਰ ਤੇ ਸੱਭਿਆਚਾਰ ਦੀਆਂ ਸਥਾਪਿਤ ਮਾਨਤਾਵਾਂ ਉਸ ਦਾ ਵਿਰੋਧ ਕਰਦੀਆਂ ਨੇ, ਬਾਵਜੂਦ ਉਸ ਦੇ ਸਚਿਆਰੀ ਔਰਤ ਹੋਣ ਦੇ। ਭਾਨੋ ਦੇ ਵਿਵਹਾਰ ਦੇ ਵਿੱਚੋਂ ਇਹ ਗੱਲ ਵਾਰ-ਵਾਰ ਦੇਖੀ ਜਾ ਸਕਦੀ ਹੈ। ਜਾਗਰ ਅਤੇ ਗ੍ਰੰਥੀ ਨਾਲ ਵਿਰੋਧਮਈ ਸਥਿਤੀਆਂ ਵਿੱਚ ਵੀ ਕੀਤਾ ਸੱਭਿਅਕ ਵਿਵਹਾਰ, ਉਸ ਦਾ ਲੋਕ ਲਾਜ ਦੇ ਡਰੋਂ ਕੀਤਾ ਲੋਕ ਸਮੂਹ ਅਵਚੇਤਨੀ ਵਿਵਹਾਰ ਹੈ, ਕਿਉਂਕਿ ਜਿਸ ਨੂੰ ਲੋਕ ਸਮੂਹ ਅਵਚੇਤਨ ਮਾਨਤਾ ਦਿੰਦਾ ਹੈ, ਭਾਵੇਂ ਕਿ ਇਹ ਵਿਵਹਾਰ ਉਹਦੇ ਵਿਰੁੱਧ ਹੀ ਭੁਗਤਦਾ, ਪਰ ਉਹ ਅਜਿਹਾ ਵਿਵਹਾਰ ਕਰਦੀ ਹੈ। ਨਰਾਇਣ ਦੇ ਘਰ ਆ ਕੇ ਉਹ ਪਿੰਡ ਦੇ ਲੋਕਾਂ ਨਾਲ, ਖਾਸ ਕਰ ਗੁਆਂਢਣਾਂ ਨਾਲ ਬਹੁਤ ਹੀ ਹਲੀਮੀ ਅਤੇ ਨਿਮਰਤਾ ਭਰਿਆ ਵਿਵਹਾਰ ਕਰਦੀ ਦਿਖਾਈ ਦਿੰਦੀ ਹੈ। ਭਾਨੋ ਇਹ ਸਾਬਤ ਕਰਨ ਦੇ ਆਖਰ ਵਿੱਚ ਲੱਗੀ ਰਹਿੰਦੀ ਹੈ ਕਿ ਉਹ ਮੁੱਲ ਦੀ ਤੀਵੀਂ ਨਹੀਂ, ਸਗੋਂ ਖਾਨਦਾਨ ਦੀ ਧੀ ਹੈ। ਡਾਕਟਰ ਬ੍ਰਹਮ ਜਗਦੀਸ਼ ਸਿੰਘ ਅਨੁਸਾਰ ਭਾਨੋ ਆਪਣੀ ਇਸ ਹੋਂਦਵਾਦੀ ਸਥਿਤੀ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਉਸ ਨੂੰ ਪਿੰਡ ਦੀਆਂ ਹੋਰ ਵਿਆਹੀਆਂ ਵਰੀਆਂ ਇਸਤਰੀਆਂ ਦੇ ਘਰਾਂ ਵਾਂਗ ਜਾਇਜ਼ ਘਰ ਬਣਾ ਦੇਣ ਦੇ ਆਖਰ ਵਿੱਚ ਹੈ। ਇਹ ਸਾਰੇ ਚਿੰਨ੍ਹ ਇੱਕ ਪ੍ਰਵਾਨਤ ਅਤੇ ਪ੍ਰਮਾਣਿਕ ਘਰ ਦੀ ਅਕਾਸੀ ਕਰਦੇ ਹਨ। ਨਾਵਲ ਅੰਦਰ ਭਾਰਤੀ ਦਰਸ਼ਨ ਅਤੇ ਸਨਾਤਨੀ ਭਾਰਤੀ ਧਾਰਮਿਕ ਦ੍ਰਿਸ਼ਟੀਆਂ ਵੀ ਸਾਹਮਣੇ ਆਉਂਦੀਆਂ ਹਨ। ਭਾਨੋ ਦਾ ਗੰਗਾ ਜਾ ਕੇ ਆਤਮਘਾਤ ਕਰਨ ਦਾ ਯਤਨ, ਪੁਨਰ ਜਨਮ ਦੀ ਵਿਆਖਿਆ ਜਾਂ ਵਿਖਿਆਨ, ਕਰਮ ਦਾ ਫਲਸਫਾ, ਉਸ ਦੀ ਰਜਾ ਵਿੱਚ ਰਹਿਣ ਦੀ ਗੱਲ ਆਦਿ ਭਾਰਤੀ ਦਰਸ਼ਨ ਵਿਚਲੀਆਂ ਪਰੰਪਰਕ ਦ੍ਰਿਸ਼ਟੀਆਂ ਨੂੰ ਵੀ ਪੇਸ਼ ਕਰਦੇ ਹਨ।
ਇਸ ਪੱਖ ਤੋਂ ਲੇਖਕਾਂ ਨੇ ਕੁਝ ਵੀ ਰੂਪਾਂਤਰਿਤ ਕਰਕੇ ਪੇਸ਼ ਨਹੀਂ ਕੀਤਾ ਜਾਂ ਬਦਲ ਕੇ ਪੇਸ਼ ਨਹੀਂ ਕੀਤਾ, ਬਲਕਿ ਪ੍ਰਵਾਹਿਤ ਵਿਚਾਰਾਂ ਨੂੰ ਹੀ ਪ੍ਰਵਾਹਮਾਨ ਰੱਖਿਆ ਹੈ। ਕੁਝ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ ਇਸ ਸੰਬੰਧ ਵਿੱਚ। ਅੱਗੇ ਕੀ ਬੈਠਾ ਹੈ, ਉਹ ਤੈਨੂੰ ਉਡੀਕਦਾ ਹੋਊ, ਉਦੋਂ ਨੂੰ ਖਬਰ ਹੈ ਕਿਹੜੀ ਜੂਨ ਤੱਕ ਲੈ ਚੁੱਕਿਆ ਹੋਊ। ਦੂਸਰੀ ਉਦਾਹਰਨ ਹੈ, ਚੁੱਪ ਕਰ ਵੇ, ਬਾਹਲਾ ਨਾ ਭੌਂਕ, ਰੱਬ ਤੋਂ 7 ਵੇਲੇ ਡਰੀਏ, ਉਸਦੇ ਰੰਗਾਂ ਦਾ ਕੀ ਪਤਾ ਹੁੰਦਾ। ਪੰਨਾ 17 ਦੇ ਉੱਤੇ ਇਹ ਸ਼ਬਦ ਆਉਂਦੇ ਆ ਅਤੇ ਪੰਨਾ 18 ਤੇ ਅਸੀਂ ਲੋਕਾਂ ਦੇ ਜੂਠੇ ਭਾਂਡੇ, ਐਵੇਂ ਲੋਕਾਂ ਦੇ ਜੂਠੇ ਭਾਂਡੇ ਮਾਂਜੀ ਜਾਊ, ਜੁੱਤੀਆਂ ਝਾੜੂ ਅਖੇ ਸੇਬ ਹੈ। ਬਾਕੀ ਭਾਨੋ ਬੰਦੇ ਦੇ ਕੁਛ ਅਖਤਿਆਰ ਨਹੀਂ ਹੁੰਦਾ, ਜਿੱਥੇ ਦਾ ਅੰਜਲ ਚੁਗਣਾ ਹਰ ਹਿੱਲੇ ਚੁਗਣਾ। ਗੰਗਾ ਮਾਈ ਦੀ ਦਿੱਤੀ ਰਾਮ ਗਊ, ਸ਼ਰਧਾਵਾਨ ਆਦਿ ਵਾਕੰਸ਼ ਇਸ ਪ੍ਰਚਲਿਤ ਦ੍ਰਿਸ਼ਟੀ ਦੀ ਪੇਸ਼ਕਾਰੀ ਕਰਦੇ ਹਨ। ਗਲਪਕਾਰ ਦਾ ਫਰਜ਼ ਹੁੰਦਾ ਹੈ ਕਿ ਉਹ ਸਥਾਪਿਤ ਦ੍ਰਿਸ਼ਟੀਆਂ ਨੂੰ ਵਿਸਥਾਪਿਤ ਕਰੇ, ਪਰ ਨਾਵਲਕਾਰ ਨੇ ਅਜਿਹਾ ਨਹੀਂ ਕੀਤਾ। ਉਹਨਾਂ ਨੇ ਉਸ ਨੂੰ ਉਸ ਰੂਪ ਦੇ ਵਿੱਚ ਹੀ ਨਾਵਲ ਦੇ ਵਿੱਚ ਪੇਸ਼ ਕੀਤਾ। ਇਸ ਤੋਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਨਾਵਲਕਾਰ ਅਜਿਹੇ ਫਲਸਫੇ ਵਿੱਚ ਵਿਸ਼ਵਾਸ ਰੱਖਦੀ ਹੈ ਜਾਂ ਉਸਦੀ ਅਜਿਹੇ ਫਲਸਫੇ ਵਿੱਚ ਆਸਥਾ ਹੈ। ਨਾਵਲ ਦਾ ਇੱਕ ਪੱਖ ਇਹ ਵੀ ਹੈ ਕਿ ਸੰਸਥਾਈ ਧਰਮ ਦੀਆਂ ਬੁਰਾਈਆਂ ਤੇ ਕਿੰਤੂ ਕਰਦਾ, ਜਿਸ ਦੇ ਪ੍ਰਤੀਨਿਧੀ ਗ੍ਰੰਥੀ ਜੇ ਪਾਤਰ ਹਨ। ਇਹ ਸੰਸਥਾਈ ਧਰਮ ਭਾਨੋ ਜਿਹੇ ਭੋਲੇ ਭਾਲੇ ਮਾਸੂਮ ਲੋਕਾਂ ਦੀ ਲੁੱਟ ਤੇ ਆਧਾਰਿਤ ਹੈ। ਇਹ ਲੁੱਟ ਆਰਥਿਕ, ਜਿਸਮਾਨੀ ਅਤੇ ਮਾਨਸਿਕ ਵੀ ਹੈ। ਗ੍ਰੰਥੀ ਦੁਆਰਾ ਭਾਨੋ ਨਾਲ ਕੀਤੀ ਬਦਸਲੂਕੀ ਸੰਸਥਾਈ ਧਰਮ ਵਿੱਚ ਫੈਲੀ ਨੈਤਿਕਤਾ ਨੂੰ ਪ੍ਰਤੀਕਾਤਮਕ ਢੰਗ ਨਾਲ ਬਿਆਨ ਕਰਦੀ ਹੈ। ਇਸ ਨੂੰ ਪ੍ਰਕਾਰਜ ਅਧੀਨ ਸੰਕੇਤ ਕਰਦੀ ਹੈ ਕਿ ਸਾਡੇ ਲੋਕਾਂ ਦੀ ਧਰਮ ਪ੍ਰਤੀ ਸ਼ਰਧਾ, ਆਸਥਾ ਇਸ ਸਭ ਦੀ ਜ਼ਿੰਮੇਵਾਰ ਹੈ। ਭਾਵੇਂ ਕਿ ਗ੍ਰੰਥੀ ਦਾ ਅਜਿਹਾ ਵਿਵਹਾਰ ਜਾਂ ਕਿਰਦਾਰ ਉਸਦੀ ਸ਼ਖਸੀ ਕਮਜ਼ੋਰੀ ਵਜੋਂ ਵੀ ਦੇਖਿਆ ਜਾ ਸਕਦਾ ਹੈ, ਪਰ ਇਹ ਸਭ ਕੁਝ ਧਰਮ ਦੀ ਆੜ ਦੇ ਵਿੱਚ ਹੁੰਦਾ। ਗੁਰਦੁਆਰਿਓਂ ਕਾਹਲੀ ਨਾਲ ਬਚ ਕੇ ਤੇਜ਼ ਤੁਰੀ ਆਉਂਦੀ ਭਾਨੋ ਦੇ ਪੈਰ ਵਿੱਚ ਵੱਜਾ ਕੰਡਾ ਉਸਦੀ ਇਸ ਮਾਨਸਿਕ ਪੀੜ ਨੂੰ ਪ੍ਰਤੀਕਾਤਮਕ ਢੰਗ ਨਾਲ ਪੇਸ਼ ਕਰਦਾ। ਲੇਖਕਾਂ ਨੇ ਇਸ ਘਟਨਾ ਦਾ ਬਹੁਤ ਹੀ ਕਲਾਤਮਕ ਅਤੇ ਪ੍ਰਤੀਕਾਤਮਕ ਚਿੱਤਰਨ ਕੀਤਾ। ਪ੍ਰੋਫੈਸਰ ਬ੍ਰਹਮ ਜਗਦੀਸ਼ ਦੀ ਇਹ ਧਾਰਨਾ ਤਾਂ ਦਰੁਸਤ ਹੈ ਕਿ ਭਾਨੋ ਦੇ ਮਨ ਵਿੱਚ ਸਰਵਣ ਦਾ ਪਿਆਰ ਵਸਿਆ ਹੋਣ ਕਰਕੇ ਉਹ ਨਰੈਣੇ ਜਾਂ ਨਰੈਣ ਲਈ ਪੁੱਤ ਨਹੀਂ ਜੰਮਣਾ ਚਾਹੁੰਦੀ, ਪਰ ਉਹ ਉੱਕਾ ਹੀ ਨਿਰਮੋਹੀ ਵੀ ਨਹੀਂ ਅਤੇ ਨਰੈਣ ਦੀ ਇਹ ਖਾਹਿਸ਼ ਪੂਰੀ ਕਰਨ ਤੋਂ ਪੂਰੀ ਤਰ੍ਹਾਂ ਨਿਰਲੇਪ ਵੀ ਨਹੀਂ ਹੋਈ। ਭਾਨੋ ਦੇ ਮਨ ਵਿੱਚ ਮੋਹ ਮੁੱਢ ਤੋਂ ਹੀ ਇੱਕ ਦੀ ਹੋ ਕੇ ਰਹਿਣ ਦਾ ਜਾਗੀਰਦਾਰੀ ਮੁੱਲ ਧੁਰ ਤੱਕ ਸਮਾਇਆ ਹੋਇਆ। ਇਸ ਗੱਲ ਨੂੰ ਉਹ ਕਿਸੇ ਵੀ ਕੀਮਤ ਤੇ ਛੱਡਣ ਦੀ ਤਿਆਰ ਨਹੀਂ। ਇਸ ਸਥਿਤੀ ਵਿੱਚ ਉਹ ਆਪਣੀ ਦੇਹ ਨੂੰ ਅਪਵਿੱਤਰ ਨਹੀਂ ਕਰਨਾ ਚਾਹੁੰਦੀ। ਭਾਵੇਂ ਜਾਗਰ ਅਤੇ ਗੁਰਦੁਆਰੇ ਦਾ ਭਾਈ ਉਸ ਨੂੰ ਸੰਤਾਨ ਦਾ ਲਾਲਚ ਦੇ ਕੇ ਆਪਣੀ ਕਾਮ ਭੁੱਖ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਉਹਨਾਂ ਦੇ ਵੱਸ ਵਿੱਚ ਨਹੀਂ ਆਉਂਦੀ। ਇਸ ਤੋਂ ਇੱਕ ਪੱਖ ਹੋਰ ਵੀ ਨਾਵਲ ਦਾ ਸਾਹਮਣੇ ਆਉਂਦਾ ਹੈ ਕਿ ਔਰਤ ਮਾਂ ਬਣ ਕੇ ਹੀ ਸੱਭਿਆਚਾਰ ਵਿੱਚ ਪੂਰਨ ਮਾਨਤਾ ਪ੍ਰਾਪਤ ਕਰ ਸਕਦੀ ਹੈ। ਜਿਵੇਂ ਕਿ ਨਾਵਲ ਦੇ ਕਈ ਕਾਂਡਾਂ ਵਿੱਚ ਇਸ ਨਾਲ ਸੰਬੰਧਿਤ ਹਵਾਲੇ ਨੇ। ਪਹਿਲੇ ਕਾਂਡ ਦੇ ਵਿੱਚ ਸੰਤੀ ਨਰੈਣ ਨੂੰ ਜੜ ਲੱਗਣ ਬਾਰੇ ਆਖਦੀ ਹੈ। ਦੂਜੇ ਕਾਂਡ 'ਚ ਨਰੈਣ ਭਾਨੋ ਨੂੰ ਪੁੱਛਦਾ, ਤੇਰਾ ਦਿਲ ਨਹੀਂ ਕਰਦਾ ਵੀ ਕੋਈ ਜਵਾਕ ਹੋਵੇ। 6ਵੇਂ ਕਾਂਡ 'ਚ ਜਾਗਰ ਭਾਨੋ ਨੂੰ ਰਾਹ 'ਚ ਰੋਕ ਕੇ ਪੁੱਛਦਾ, ਧੀਆਂ ਪੁੱਤ ਨਹੀਂ ਚਾਹੀਦੇ। ਇਸੇ ਤਰ੍ਹਾਂ ਭਾਈ ਜੀ ਵੀ ਉਸਨੂੰ ਪੁੱਛਦਾ ਕਿ ਘਰ ਕੋਈ ਬੱਚਾ ਹੈ ਜਾਂ ਨਹੀਂ। ਤੇ ਉਸ ਤੋਂ ਬਾਅਦ ਭਾਗਵੰਤੀ ਦੇ ਆਉਣ ਤੋਂ ਬਾਅਦ ਭਾਨੋ ਦੀ ਘਰ ਵਿੱਚ ਬੇਕਦਰੀ ਇਹ ਸਿੱਧ ਕਰਦੀ ਹੈ ਕਿ ਔਰਤ ਨੂੰ ਇਸ ਸੱਭਿਆਚਾਰ ਵਿੱਚ ਸਿਰਫ ਬੱਚੇ ਜੰਮਣ ਵਾਲੀ ਮਸ਼ੀਨ ਹੀ ਸਮਝਿਆ ਜਾਂਦਾ। ਜੇਕਰ ਉਹ ਅਜਿਹਾ ਕਾਰਜ ਨਹੀਂ ਕਰਦੀ ਤਾਂ ਇਸ ਸੱਭਿਆਚਾਰ ਵਿੱਚ ਨਾ ਉਸ ਦੀ ਕੋਈ ਕਦਰ ਕਰਦਾ ਤੇ ਨਾ ਹੀ ਇਸ ਸੱਭਿਆਚਾਰ ਵਿੱਚ ਉਸ ਲਈ ਕੋਈ ਜਗ੍ਹਾ ਹੈ। ਇੱਥੇ ਇੱਕ ਦੂਸਰੀ ਗੱਲ ਵੀ ਵਿਚਾਰਨਯੋਗ ਹੈ। ਜ਼ਿਆਦਾਤਰ ਆਲੋਚਕ ਇਹ ਮੰਨਦੇ ਹਨ ਕਿ ਭਾਨੋ ਦੇ ਬੱਚਾ ਨਾ ਹੋਣ ਪਿੱਛੇ
ਉਹ ਨਰੈਣ ਦੀ ਨਾਮਰਦੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਜਦ ਕਿ ਅਜਿਹਾ ਨਹੀਂ, ਕਿਉਂਕਿ ਭਾਨੋ ਮਾਨਸਿਕ ਤੌਰ ਤੇ ਸਾਰੀ ਉਮਰ ਸਰਵਣ ਨਾਲ ਵਿਚਰਦੀ ਹੈ। ਭਾਵੇਂ ਉਸ ਨਾਲ ਵੀ ਉਸਦਾ ਵਿਆਹ ਪੈਸੇ ਦੇ ਕੇ ਹੋਇਆ ਸੀ, ਪਰ ਉਹ ਸਰਵਣ ਨੂੰ ਪਿਆਰ ਕਰਨ ਵਾਲਾ ਸਮਝਦੀ ਹੈ। ਉਹ ਨਰੈਣ ਨਾਲ ਭਾਵਕ ਤੌਰ ਤੇ ਨਹੀਂ ਜੁੜਦੀ, ਜਿਸ ਦੇ ਨਾਵਲ ਵਿੱਚ ਕਈ ਹਵਾਲੇ ਮਿਲਦੇ ਨੇ। ਤੇ ਉਸ ਦੀ ਸਭ ਤੋਂ ਵੱਡੀ ਉਦਾਹਰਨ ਇਹ ਹੈ ਕਿ ਉਹ ਬੱਚਾ ਜੰਮਣਾ ਹੀ ਨਹੀਂ ਚਾਹੁੰਦੀ, ਕਿਉਂਕਿ ਭਾਨੋ ਭਾਵੇਂ ਵਿਦਰੋਹੀ ਨਹੀਂ ਪਰ ਸਮਝੌਤਾਵਾਦੀ ਵੀ ਨਹੀਂ। ਉਸਦੀ ਇੱਕ ਸਵੈ ਮਾਣ ਜਾਂ ਸੈਲਫ ਅਸਟੀਮ ਹੈ, ਜਿਸ ਨਾਲ ਉਹ ਕਿਸੇ ਪੱਧਰ ਤੇ ਸਮਝੌਤਾ ਨਹੀਂ ਕਰਦੀ। ਨਾਵਲ ਅੰਦਰ ਕਿਰਤੀ ਵਰਗ ਦੀਆਂ ਦਮਿਤ ਖਾਹਿਸ਼ਾਂ ਦਾ ਵਿਖਾਵਾ ਵੀ ਕਈ ਥਾਵਾਂ ਤੇ ਹੋਇਆ। ਇਹ ਖਾਹਿਸ਼ਾਂ ਸਾਰੀ ਉਮਰ ਮਿਹਨਤ ਕਰਨ ਦੇ ਬਾਵਜੂਦ ਵੀ ਅਧੂਰੀਆਂ ਹੀ ਰਹਿੰਦੀਆਂ ਹਨ। ਭਾਨੋ ਦੇ ਚੰਗਾ ਘਰ ਬਣਾਉਣ ਦਾ ਸੁਪਨਾ ਲੈਣਾ, ਮਾਂ ਬਣਨ ਦਾ ਸੁਪਨਾ, ਨਰੈਣ ਦੁਆਰਾ ਉਸ ਲਈ ਸੂਟ ਖਰੀਦ ਕੇ ਜਾਗਰ ਹੱਥ ਭੇਜਣਾ ਅਤੇ ਚਿਮਟਾ ਖਰੀਦਣ ਵਾਲੀ ਭਾਵਪੂਰਤ ਘਟਨਾ ਆਦਿ ਪ੍ਰਕਾਰ ਦੇ ਨਾਵਲ ਵਿੱਚ ਨਿਮਨ ਵਰਗ ਦੀਆਂ ਅਪੂਰਨ ਖਾਹਿਸ਼ਾਂ ਦੀ ਪੇਸ਼ਕਾਰੀ ਕਰਦੇ ਹਨ। ਇਹ ਹਾਲਤ ਸਮੁੱਚੇ ਰੂਪ ਵਿੱਚ ਦੇਖਦਿਆਂ ਸਾਡੇ ਆਰਥਿਕ ਸਮਾਜਿਕ ਢਾਂਚੇ ਵੱਲ ਸੰਕੇਤ ਕਰਦੇ ਹਨ। ਜਾਗੀਰਦਾਰੀ ਸਮਾਜ ਆਰਥਿਕ ਵਿਵਸਥਾ ਤੇ ਆਧਾਰਿਤ ਢਾਂਚਾ ਕਿਰਤੀ ਵਰਗ ਦੀ ਇਸ ਤਰ੍ਹਾਂ ਦੀ ਹਾਲਤ ਦਾ ਜ਼ਿੰਮੇਵਾਰ ਹੈ। ਇਹੋ ਹਮਾਰਾ ਜੀਵਨਾ ਨਾਵਲ ਪਾਠਕ ਨੂੰ ਇੱਕ ਵਿਚਾਰਗੀ, ਲਾਚਾਰੀ ਅਤੇ ਬੇਵਸੀ ਦਾ ਅਹਿਸਾਸ ਕਰਵਾ ਕੇ ਰੁਦਨਮਈ ਅਵਸਥਾ ਵਿੱਚ ਲੈ ਜਾਂਦਾ ਹੈ। ਸਮੁੱਚੇ ਰੂਪ ਵਿੱਚ ਇਹ ਰੁਦਨ ਭਾਨੋ, ਨਰੈਣ, ਜਾਗਰ, ਸਰਵਣ ਅਤੇ ਦੂਜੇ ਪਾਤਰਾਂ ਨਾਲ ਹੀ ਪੇਸ਼ ਹੁੰਦਾ ਹੈ। ਨਾਵਲ ਦੀ ਨਾਇਕਾ ਭਾਨੋ ਵੱਖ-ਵੱਖ ਪਰਿਸਥਿਤੀਆਂ ਵਿੱਚ ਗੁਜ਼ਰਦੀ ਹੋਈ ਪਾਠਕ ਦੀ ਭਰਪੂਰ ਹਮਦਰਦੀ ਹਾਸਲ ਕਰਦੀ ਹੈ। ਉਸ ਦਾ ਕਿਰਦਾਰ ਪਿਤਰੀ ਸਮਾਜ ਅਤੇ ਜਾਗੀਰਦਾਰੀ ਸਮਾਜ ਆਰਥਿਕ ਵਿਵਸਥਾ ਨੂੰ ਰਾਸ ਆ ਗਿਆ ਹੈ। ਭਾਨੋ ਇਸ ਸਮੁੱਚੇ ਨਾਵਲ ਵਿੱਚ ਹਾਲਾਤਾਂ ਨਾਲ ਜੂਝਦੀ ਦਿਖਾਈ ਦਿੰਦੀ ਹੈ। ਉਹ ਕਿਤੇ ਵੀ ਇਸ ਅਨਿਆਂ ਦੇ ਵਿਰੁੱਧ ਆਪਣਾ ਪ੍ਰਤੀਰੋਧ ਜ਼ਾਹਿਰ ਨਹੀਂ ਕਰਦੀ। ਇਹ ਉਸ ਵਰਗੀਆਂ ਅਨੇਕਾਂ ਭਾਰਤੀ ਪੰਜਾਬੀ ਔਰਤਾਂ ਦਾ ਅਨਿਵਾਰੀ ਜਾਂ ਜ਼ਰੂਰੀ ਦੁਖਾਂਤ ਬਣ ਚੁੱਕਾ ਹੈ। ਨਾਇਕਾ ਦਾ ਵਿਆਹ ਪੈਸੇ ਲੈ ਕੇ ਕੀਤਾ ਜਾਂਦਾ ਹੈ। ਜਾਗਰ ਅਤੇ ਗ੍ਰੰਥੀ ਉਸ ਨਾਲ ਬਦਸਲੂਕੀ ਕਰਦੇ ਹਨ। ਨਰੈਣ ਉਸ ਨੂੰ ਬਣਦਾ ਸਤਿਕਾਰ ਨਹੀਂ ਦਿੰਦਾ। ਉਸ ਦੀ ਸੌਂਕਣ ਭਾਗਵੰਤੀ ਵੀ ਉਸ ਨੂੰ ਕੁੱਟਦੀ ਮਾਰਦੀ ਹੈ। ਪਰ ਨਾਇਕਾ ਕਿਤੇ ਵੀ ਇਸ ਸਾਰੇ ਅਨਿਆਂ ਦੇ ਵਿਰੁੱਧ ਆਪਣੀ ਆਵਾਜ਼ ਨਹੀਂ ਉਠਾਉਂਦੀ, ਜਿਸ ਕਰਕੇ ਉਹ ਇੱਕ ਨਿਮਾਣੀ ਅਤੇ ਨਤਾਣੀ ਔਰਤ ਬਣ ਕੇ ਰਹਿ ਜਾਂਦੀ ਹੈ। ਇਸ ਬੁਰੀ ਅਵਸਥਾ ਦੇ ਖਿਲਾਫ ਆਤਮ ਸਮਰਪਣੀ ਹੈ। ਭਾਵੇਂ ਬਹੁਤੀਆਂ ਭਾਰਤੀ ਦਿਹਾਤੀ ਔਰਤਾਂ ਦਾ ਇਹ ਵਾਸਤਵਿਕਤਾ ਵੀ ਹੈ। ਤੇ ਨਾਵਲ ਦਾ ਇੱਕ ਪੱਖ ਇਹ ਹੈ ਤੇ ਦੂਸਰਾ ਪੱਖ ਇਹ ਵੀ ਹੈ ਕਿ ਉਹ ਸਰਵਣ ਦੀ ਮੌਤ ਤੋਂ ਬਾਅਦ ਉਸਦੇ ਭਰਾਵਾਂ ਨਾਲ ਰਹਿਣਾ ਮਨਜ਼ੂਰ ਨਹੀਂ ਕਰਦੀ, ਜਾ ਕੇ ਨਾਵਲ ਦੇ ਅੰਤ ਦੇ ਵਿੱਚ ਬੜਾ ਹੀ ਭਾਵਪੂਰਤ ਮੰਜ਼ਰ ਹੈ, ਜਦੋਂ ਭਾਨੋ ਬਿਨਾਂ ਘੁੰਡ ਦੇ ਤੇ ਬਿਨਾਂ ਘੱਗਰੇ ਦੇ ਜੋ ਕਿ ਸਮਾਜਿਕ ਮਰਜ਼ਾਦਾ ਦਾ ਪ੍ਰਤੀਕ ਹੈ, ਆਪਣੇ ਪਿੰਡ ਦੇ ਵਿੱਚ ਦੀ ਲੰਘਦੀ ਹੈ। ਇਹ ਉਸ ਸਾਰੀ ਵਿਵਸਥਾ ਦੇ ਖਿਲਾਫ ਉਸਦਾ ਵਿਦਰੋਹ ਹੈ। ਦਲੀਪ ਕੌਰ ਟਿਵਾਣਾ ਨੇ ਸੰਕੇਤ ਮਾਤਰ ਨਾਵਲ ਵਿੱਚ ਕੁਝ ਪ੍ਰਤੀਰੋਧ ਜ਼ਾਹਰ ਕਰਵਾਇਆ ਹੈ। ਪਹਿਲਾ ਨਾਇਕਾ ਦਾ ਖੂਹ ਤੇ ਨਰੈਣ ਦੀ ਪੱਗ ਭੁੱਲ ਕੇ ਆਉਣਾ, ਜੋ ਪਿਤਰੀ ਸਮਾਜ ਅੰਦਰ ਇੱਜ਼ਤ ਤੇ ਅਣਖ ਦਾ ਪ੍ਰਤੀਕ ਮੰਨੀ ਜਾਂਦੀ ਹੈ। ਇੱਥੇ ਉਸ ਨੂੰ ਜਾਗਰ ਨਾਲ ਗੱਲਾਂ ਕਰਨ ਦਾ ਮੌਕਾ ਮਿਲਣਾ। ਦੂਸਰਾ, ਨਾਵਲ ਦੇ ਅਖੀਰ ਵਿੱਚ ਜਿੱਥੇ ਉਸਨੇ ਸੌਦਾ ਕਰਕੇ ਫੱਤੇ ਨਾਲ ਤੋੜ ਦਿੱਤਾ ਜਾਂਦਾ ਹੈ। ਉਸ ਵੇਲੇ ਉਹ ਪਹਿਲਾਂ ਕਿੱਲੀ ਤੋਂ ਘੱਗਰਾ ਉਤਾਰਦੀ ਹੈ ਤੇ ਫਿਰ ਉਸੇ ਜਗ੍ਹਾ ਤੇ ਟੰਗ ਦਿੰਦੀ ਹੈ। ਇਹ ਘੱਗਰਾ ਪੰਜਾਬੀ ਸੱਭਿਆਚਾਰਕ ਬੰਦਿਸ਼ਾਂ ਦਾ ਪ੍ਰਤੀਕ ਹੈ। ਇਹਨਾਂ ਸੌੜੀਆਂ ਕਦਰਾਂ ਦੇ ਪ੍ਰਤੀਕ ਇਸ ਘੱਗਰੇ ਨੂੰ ਉਹ ਤਿਆਗਦੀ ਹੈ ਤੇ ਘੁੰਡ ਦੀ ਰਸਮ, ਜੋ ਔਰਤ ਨੂੰ ਸਮਾਜਿਕ ਕੰਮਾਂ ਵਿੱਚ ਦਖਲ ਅੰਦਾਜ਼ੀ ਦੀ ਪ੍ਰਤੀਕ ਹੈ, ਨੂੰ ਤਿਆਗ ਕੇ ਸੱਥ ਵਿੱਚੋਂ ਲੰਘਣਾ ਇੱਕ ਸ਼ੁਭ ਸੰਕੇਤ ਬਣ ਜਾਂਦਾ ਹੈ। ਡਾਕਟਰ ਬ੍ਰਹਮ ਜਗਦੀਸ਼ ਸਿੰਘ ਅਨੁਸਾਰ
ਇਹੋ ਹਮਾਰਾ ਜੀਵਣਾ ਪੰਜਾਬੀ ਸੱਭਿਆਚਾਰ ਦੇ ਵਿਭਿੰਨ ਪੱਖਾਂ ਅਤੇ ਪਹਿਲੂਆਂ ਨੂੰ ਬੜੇ ਸਹਿਜ ਸੁਭਾਵਿਕ ਢੰਗ ਨਾਲ ਪੇਸ਼ ਕਰਦਾ ਹੈ। ਪੰਜਾਬ ਦੇ ਮਰਦ ਪ੍ਰਧਾਨ ਸਮਾਜ ਵਿੱਚ ਨਾਰੀ ਦੀ ਕਰੁਣਮਈ ਸਥਿਤੀ ਨੂੰ ਇਸ ਵਿੱਚ ਪ੍ਰਮਾਣਿਕ ਅਭਿਵਿਅਕਤੀ ਪ੍ਰਾਪਤ ਹੋਈ ਹੈ। ਧੰਨਵਾਦ।